ਹੁਣ ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਦੇ, ਸੰਗਤ ਫਿਰ ਸਕੂਲ ਦਾ ਨਾਮ ਦਿੱਤਾ ਗਿਆ। ਜਿਵੇਂ ਆਪਾਂ ਸੰਸਾਰ ਦੇ ਸਕੂਲਾਂ 'ਚ ਪੜ੍ਹਦੇ ਹਾਂ 20-25 ਸਾਲ, 15-15, 16-16 ਸਾਲ, 12-12 ਸਾਲ ਫਿਰ ਕੋਰਸ ਕਰਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਥੋਂ ਹਰ ਗੁਣ ਸਿੱਖ, ਜਿੱਥੋਂ ਸੱਚੀ ਸਿੱਖਿਆ ਮਿਲਦੀ ਹੈ। ਜੇ ਸੱਚੀ ਸਿੱਖਿਆ ਨਹੀਂ ਤੇ ਸੱਚ ਨਹੀਂ ਮਿਲ ਸਕਦੇ। ਸੱਚ ਤਾਂ ਪਰ ਜਨ ਜਾ ਸਿੱਖ ਸੱਚੀ ਲੈ। ਸੋ ਇਸ ਕਰਕੇ ਇਹ ਸਕੂਲ ਸੇ ਸੰਗਤ ਇੱਕ, ਲੇਕਿਨ ਇਸ ਸਕੂਲ ਨੂੰ ਅੱਜ ਵੀ ਆਪਾਂ ਆਖੀਏ ਨਾ ਜੀ ਤੁਸੀਂ ਸਾਲ ਕੋ ਲਾ ਲਓ, ਆਪਣਾ ਚਲ 5 ਸਾਲ ਦਾ ਇੱਥੇ ਚੱਲਦਾ ਪਿਆ ਕੋਰਸ, 4 ਸਾਲ ਦਾ, ਇੱਕ ਤੇ 1 ਸਾਲ ਦਾ ਅੰਮ੍ਰਿਤ ਛਕਣ ਬਾਅਦ ਸਾਲ ਲਾਉਣਾ ਪੈਂਦਾ। ਤੇ ਫਿਰ ਵੀ ਗੁਰਮੁਖ ਕਈ ਕਹਿ ਦਿੰਦੇ ਹਾਂ ਸਾਲ ਅੰਮ੍ਰਿਤ ਛਕਣ ਤੋਂ ਬਾਅਦ ਸਾਲ, ਕੌਣ ਸਾਲ ਲਾਏਗਾ? ਲੋ ਉਧਰ ਵੀ 25 ਸਾਲ ਲਾ ਲਏ ਨੇ, ਸਿਰਫ ਵੀ ਮੈਂ ਪੈਰਾਂ ਸਿਰ ਬੱਚਾ ਮੇਰਾ ਖੜਾ ਹੋ ਜਾਏ, ਘਰ ਬਾਹਰ ਛੱਡ ਦਿੱਤਾ, ਹੋਸਟਲਾਂ ਵੀ ਭੇਜਤਾ, ਖਰਚ ਕਰ ਦਿੱਤਾ। ਤੇ ਜਿੱਥੇ ਸਾਰੇ ਹੀ ਜਨਮ ਦਾ ਚੱਕਰ ਕੱਟਿਆ ਜਾਣਾ ਹੈ, ਸਾਰਾ ਸਦੀਵੀ ਸੁੱਖ ਵਿੱਚ ਚਲਿਆ ਜਾਣਾ ਹੈ, ਉਹਦੇ ਵਾਸਤੇ ਸਾਲ ਕੱਢਣਾ ਬੜਾ ਮੁਸ਼ਕਿਲ ਹੈ। 4 ਸਾਲ ਦਾ, ਹਾਂਜੀ 4 ਸਾਲ ਕਿਹੜੀ ਵਿਦਿਆ ਉਸ 4 ਸਾਲ ਦੇ। ਮਹਾਰਾਜ ਦੇ ਕਈ ਯੁੱਗ ਲੱਗ ਜਾਂਦੇ ਨਹੀਂ ਭੇਦ ਆਉਂਦਾ, ਅੱਗੇ ਵੀ ਕਈ ਯੁੱਗ ਹਾਰਦੇ ਚਲੇ ਗਏ, ਤੇ ਹੁਣ ਤਾਂ ਮਹਾਰਾਜ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਸਾਨੂੰ ਸਾਰਾ ਖਜ਼ਾਨਾ। ਤੇ ਇਸ ਨੂੰ ਖੋਜਣ ਵਾਸਤੇ 4 ਸਾਲ ਵੀ ਥੋੜੇ ਨੇ, ਸਾਰੀ ਉਮਰ ਖੋਜਦੇ ਰਹੋ ਤਾਂ ਨਹੀਂ ਖੋਜਿਆ ਜਾ ਸਕਦਾ। ਮੇਨ ਸ਼ਬਦ ਮਿਲਾਪ ਦਾ ਰਸਤਾ, ਕਥ ਕਹਾਣੀ ਸੌਖਾ ਜਿਹੜਾ ਹੈ ਉਹ ਸਾਨੂੰ ਲਿਖ ਕੇ ਦੇ ਦਿੱਤਾ। ਬਾਣੀ ਤਾਂ ਹੋਰ ਬਹੁਤ ਸਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ, ਪਰ ਸਾਨੂੰ ਉਹ ਲਿਖ ਕੇ ਦਿੱਤੀ ਜਿਹੜਾ ਸਹਿਜ ਸੁਭਾਈ ਅਸੀਂ ਉਸ ਰਸਤੇ ਚੱਲ ਕੇ ਆਪਦੇ ਘਰ ਚਲੇ ਜਾਈਏ। ਤੇ ਉਹਦੇ ਵਾਸਤੇ ਵੀ ਉਹਨੇ ਬੜਾ ਔਖਾ ਹੈ। ਤੇ ਜੇ ਆਪਾਂ ਨੇ ਔਖਾ ਨਹੀਂ ਸੌਖਾ ਸਮਝ ਲਓ, ਤੁਸੀਂ ਸਮਝੋ ਵੀ ਇਹ ਬਹੁਤ ਸੌਖਾ ਰਸਤਾ ਹੈ। ਤੇ ਉਹਨਾਂ ਨੇ ਇੱਕ ਸ਼ਬਦ ਵਿੱਚ ਨਿਬੇੜ ਦਿੱਤਾ ਸਾਡਾ ਹਿਸਾਬ ਦਾ। ਜਿਹੜੇ ਆਉਂਦੇ ਨੇ ਔਖਾ ਜੀ 4 ਸਾਲ ਤਾਂ 5 ਸਾਲ ਤਾਂ ਔਖਾ, ਉਹਨਾਂ ਨੇ ਇੱਕ ਸ਼ਬਦ ਵਿੱਚ ਨਿਬੇੜ ਦਿੱਤਾ ਵੀ ਜੇ ਔਖਾ ਲੱਗਦਾ ਨਾ ਤੇ ਇਹ ਕਰ ਲਓ, ਤੁਸੀਂ ਦੁਬਾਰਾ ਨਹੀਂ ਜਨਮ ਵਿੱਚ ਆਓਗੇ। ਉਹਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੁਲਣਾ ਆਵੇ। ਤੇ ਫਿਰ ਉਹਦੇ ਵਿਚਾਰ ਨਹੀਂ ਮਰਦੇ ਜੀ, ਤਾਂ ਕੌਣ ਮਾਰੇ? ਮਾਰਨੇ ਤਾਂ ਅਸੀਂ ਖੁਦ ਹੀ ਨੇ ਨਾ। ਵਿਚਾਰ ਹੀ ਸਾਡੇ ਮਨ ਦੇ ਬੰਧਨ ਬਣ ਚੁੱਕੇ ਨੇ। ਵਿਚਾਰਾਂ ਵਿੱਚ ਦੁੱਖ ਸੁੱਖ ਸ਼ੁਰੂ ਹੋ ਗਿਆ, ਵਿਚਾਰਾਂ ਦੇ ਵਿੱਚ ਟਕਰਾਅ ਜੇ ਤੇ ਕਲੇਸ਼ ਸ਼ੁਰੂ ਹੋ ਜਾਂਦਾ। ਤੇ ਉਹ ਮਾਰ ਜਾਂਦੇ, ਜੇ ਨਹੀਂ ਤੇ ਤੁਸੀਂ ਘਰ ਬਹਿ ਕੇ ਵਿਚਾਰ ਮਾਰ ਲਓ। ਇਹ ਤਾਂ ਵਿਚਾਰ ਇਹ ਤੁਸੀਂ ਮਾਰੋ ਜੀ, ਲਓ ਮੁਕਤ ਤਾਂ ਤੁਸੀਂ ਹੋਣਾ ਤੇ ਵਿਚਾਰ ਦੂਜਾ ਮਾਰ ਲੈ। ਦੂਜਾ ਤਾਂ ਜਿੰਨਾ ਕੋ ਆਉਂਦਾ ਕੋਸ਼ਿਸ਼ ਹੋਵੇ ਉਹਨੇ ਤਾਂ ਮਾਰਨਾ ਹੀ ਨਹੀਂ ਆਪਦੇ ਵਾਸਤੇ। ਤੇ ਹਾਂਜੀ ਵਿਚਾਰ ਮਾਰ ਲਓ, ਇਹ ਤਾਂ ਮਰਦੇ ਨਹੀਂ ਜੀ। ਤੇ ਫਿਰ 4 ਸਾਲ ਲਾ ਲਓ, ਇਹ ਤਾਂ ਔਖਾ ਜੀ ਘਰ ਛੱਡਣਾ। ਸੋ ਇਸ ਕਰਕੇ ਕੰਮ ਹੈ ਸੌਖਾ, ਲੇਕਿਨ ਜਿੰਨਾ ਚ ਵਿਧੀ ਨਹੀਂ ਮਿਲਦੀ, ਜੁਗਤੀ ਨਹੀਂ, ਉਹਨਾਂ ਚ ਔਖਾ ਹੀ ਔਖਾ ਹੈ। ਤੇ ਸੰਗਤ ਵਿੱਚ ਪੜ੍ਹਾਈ ਚੱਲਦੀ ਹੈ। ਇਹ ਜੇ ਆਪਾਂ ਆਖੀਏ ਇੱਕ ਦਿਨ ਵਿੱਚ ਅਸੀਂ ਪੜ੍ਹ ਲਈਏ ਤੇ ਬੱਚਾ ਸਕੂਲ ਕਿਉਂ ਜਾਏ? ਫਿਰ 16 ਸਾਲ ਕਿਉਂ ਲਾਏ? ਉਹ ਘਰ ਬਹਿ ਕੇ ਪੜ੍ਹ ਸਕਦਾ ਹੈ, ਠੀਕ ਹੈ ਨਾ। ਇਸ ਕਰਕੇ ਸੰਗਤ ਜਿਹੜਾ ਹੈ ਉਹਦੇ ਵਿੱਚ ਆਉਣਾ ਜ਼ਰੂਰੀ ਹੈ। ਅੱਜ ਹੋਰ ਤੁਸੀਂ ਸਿੱਖੋਗੇ, ਕੱਲ ਨੂੰ ਹੋਰ ਸਿੱਖੋਗੇ, ਫਿਰ ਤੁਹਾਡਾ ਇਮਤਿਹਾਨ ਹੋਵੇਗਾ, ਫਿਰ ਉਸ ਤੋਂ ਬਾਅਦ ਅਗਲੇ ਸਾਲ ਚਲੋਗੇ, ਫਿਰ ਇਮਤਿਹਾਨ ਹੋਏਗਾ। ਹੁਣ ਤੁਹਾਨੂੰ ਇੱਕ ਹੀ ਸਵਾਲ ਪੁੱਛਣੇ, ਜਿਨ੍ਹਾਂ ਨੇ ਗੁਰਬਾਣੀ ਨਹੀਂ ਖੋਜੀ ਹੋਈ, ਨਹੀਂ ਪੜ੍ਹੀ ਹੋਈ, ਤੇ ਤੁਸੀਂ ਆਪ ਹੀ ਦੱਸਿਆ ਜੇ ਵੀ ਤੁਹਾਡੇ 10 ਦੁਆਰਾਂ ਦਾ ਸਰੀਰ ਕਿਵੇਂ ਬਣਿਆ? ਬੁੱਝੋ ਲੋ। ਹੁਣ ਆਖਣਾ ਸਾਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਪੜ੍ਹਾਈ ਨਹੀਂ ਕੀਤੀ ਹੋਈ। ਇਸ ਕਰਕੇ ਗੁਰਬਾਣੀ ਜਿਹੜੀ ਹੈ ਸਾਡੀ ਕਾਂ ਦੀ ਖੋਜ ਹੈ।
ਗੁਰਬਾਣੀ ਸਾਨੂੰ ਸਾਡੀ ਕਾਇਆ ਦੀ ਖੋਜ ਕਰ ਦਿੱਤੀ ਤੇ ਸਾਡਾ ਸਰੀਰ ਜਿਹੜਾ ਬ੍ਰਹਮੰਡ ਦਾ ਨਕਸ਼ਾ ਬਣਾਤਾ। ਬ੍ਰਹਮੰਡ ਦਾ ਨਕਸ਼ਾ ਜੇ ਖੋਜਾਂਗੇ ਤੇ ਪਤਾ ਲੱਗੇਗਾ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਤੇ ਉਹ ਨਕਸ਼ੇ ਦੇ ਰੀਡਿੰਗ ਇਹ ਸਾਡਾ ਆ ਕਰ ਦਿੱਤੀ ਬਾਣੀ ਵੀ ਜੋ ਬ੍ਰਹਮੰਡ ਵਿੱਚ ਆਉਂਦਾ ਤੁਹਾਡੇ ਸਰੀਰ ਵਿੱਚ ਪੜ੍ਹ ਲਓ ਜਿੱਥੋਂ ਮਰਜੀ। ਜਿਹੜਾ ਪੁੱਛਣਾ ਚਾਹੁੰਦੇ ਪੁੱਛ ਲਓ। ਤੇ ਹੁਣ ਅਸੀਂ ਸਿਰਫ ਪੜ੍ਹਨ ਤੱਕ ਸੀਮਤ ਹਾਂ, ਖੋਜਦੇ ਨਹੀਂ ਉਸ ਨੂੰ। ਇਸ ਕਰਕੇ ਸਾਨੂੰ ਸਾਡੇ ਸਰੀਰ ਦਾ ਨਹੀਂ ਪਤਾ ਵੀ 10 ਦੁਆਰਾਂ ਦਾ ਕਿਵੇਂ ਬਣੇ। ਤੇ ਬਸ ਉਹ ਤਾਂ ਹੀ ਤਾਂ ਸਾਨੂੰ ਆਂਦੇ ਨੇ ਨਾਮ ਜਾ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਜੇ ਸਰੀਰ ਜਿਹੜੇ ਤੁਰੇ ਫਿਰਨੇ ਏਦਾਂ ਹੀ ਨਹੀਂ ਪਤਾ ਤੇ ਆਪੇ ਕਮਲੇ ਹੋ ਗਏ। ਹੁਣ ਸਾਨੂੰ ਇਸ ਕਰਕੇ ਸਮਝਾਤਾ ਕਿ ਮਨ ਦੀ ਖੁਰਾਕ ਵੱਖਰੀ ਹੈ ਤੇ ਤਨ ਦੀ ਵੱਖਰੀ ਜੇ। ਮਨ ਦੀ ਖੁਰਾਕ ਵੱਖਰੀ ਹੈ, ਤਨ ਦੀ ਵੱਖਰੀ ਹੈ। ਜੇ ਤੁਸੀਂ ਸ਼ਰਮ ਤੇ ਧਰਮ ਕਾਇਮ ਰੱਖਣਾ ਚਾਹੁੰਦੇ ਜੇ ਤੁਹਾਡੇ ਕੋਲ ਦੋਵੇਂ ਤਨ ਹੋਣੇ ਜ਼ਰੂਰੀ ਨੇ। मन का तोसा हर नाम है, ਹਿਰਦੇ ਰੱਖੋ ਸਮਾਲ। ਇਹ ਖਰਚਾ ਖੋਟਾ ਹੈ ਗੁਰੂ ਮਠੇ ਬਿਨਾ, ਇਸ ਨਾਲ ਮਿਲ ਜਾ ਸਕਦੇ। ਤਨ ਵਾਸਤੇ ਕਮਾਈ ਕਰੋਗੇ, ਇਹ ਤਨ ਦਾ ਇਸਤੇਮਾਲ ਕਰੇਗਾ, ਤਨ ਉਸ ਦਾ ਇਸਤੇਮਾਲ ਕਰੇਗਾ। ਤੇ ਨਾਲ ਫਿਰ ਸਾਨੂੰ ਦੱਸ ਦਿੱਤਾ ਹੈ ਵੀ ਤਨ ਦਾ ਧਨ ਜਿਹੜਾ ਕਮਾਈ ਕਰੋਗੇ ਇਹ ਕਿੱਥੋਂ ਤੱਕ ਇਸਤੇਮਾਲ ਕਰ ਸਕਦੇ ਹੋ। ਜਿੰਨਾ ਚ ਸਾਹ ਆ ਰਹੇ ਨੇ ਉਹਨਾਂ ਚ ਤਨ ਇਸਤੇਮਾਲ ਕਰੇਗਾ, ਉਸ ਤੋਂ ਬਾਅਦ ਨਹੀਂ ਕਰੇਗਾ। सांस गए कहाँ टल पाए ताकि पाशे कोई न खाए, फिर उस बाद नहीं कोई खाएगा। जब श्वास चले गए तो मन वास्ते तुसी जिहड़ी कमाई करोगे इत्थे सुख मिलेगा तो नाल भी जा सकता है। इसलिए सानू समझाता साथ ना चाले बिन भजन विख्या संसार, हर हर नाम कमावना नानक तनसार। ਹੁਣ ਇਸ ਕਰਕੇ ਸਾਡੇ ਮਨ ਤੇ ਛੱਡ ਦਿੱਤਾ ਹੈ ਵੀ ਆਹ ਦੋਵੇਂ ਤਨ ਜ਼ਰੂਰੀ ਨੇ। ਇਹ ਜੇ ਤੁਸੀਂ ਦਿਹਾੜੀ ਕਰਨੀ ਹੈ ਤਨ ਵਾਸਤੇ ਤੇ ਤਨ ਵਾਸਤੇ ਖੁਰਾਕ ਮਿਲੇਗੀ, ਮਨ ਵਾਸਤੇ ਦਿਹਾੜੀ ਕਰੋਗੇ ਤੇ ਇਹਦੇ ਵਾਸਤੇ ਮਿਲੇਗੀ। ਇਸ ਕਰਕੇ ਜਦੋਂ ਤਨ ਵਾਸਤੇ ਦਿਹਾੜੀ ਕਰੋ ਉਦੋਂ ਮਨ ਵਾਸਤੇ ਵੀ ਕਰੋ। ਹਰ ਹਰ ਨਿਤ ਜਪੋ, ਜੀਓ ਲਾਹਾ ਖਟੋ ਦਿਹਾੜੀ। ਸਿਮਰ ਸਿਮਰ ਹਰ ਕਾਰਨ ਕਰਨਾ, ਨਾਲੇ ਕਰਮ ਕਰੋ ਨਾਲ ਸਿਮਰਨ ਕਰੋ। ਦੋਵੇਂ ਤਨ ਇਕੱਠੇ ਕੀਤੇ ਜਾਓ, पैदल चलेगा काम तुहाडा। इस करके सानू दस दिता है भी जे तुसी शर्म ते धर्म दोवें कायम रखना चाहते हो, ये दोवें धन तुहाडे कोल होने जरूरी ने। अगे फिर सानू दस दिता है मन नू भी अगे भी तेरी इच्छा है भी आ धन दोवें जरूरी ने। आ धन इथों तक इस्तेमाल कर सकना, आ धन नाल जा सकना। ਹੁਣ ਨਾਲ ਇਹ ਵੀ ਸਮਝਾਤਾ ਹੈ ਉਸ ਧਨ ਨੂੰ ਮਿੱਤਰ ਨਾ ਸਮਝੀ ਜਿਹੜਾ ਧਨ ਕੋਲ ਹੁੰਦਿਆਂ ਹੋਇਆਂ ਸਿਰ ਵਿੱਚ ਚੋਟਾਂ ਪੈਣ। ਸੋ ਧਨ ਮਿੱਤਰ ਨਾ ਕੱਢ ਕੇ ਜਿਸ ਸੇ ਚੋਟਾਂ ਪਾਏ। ਹੁਣ ਸਾਡੇ ਤੇ ਛੱਡ ਦਿੱਤਾ। ਹੁਣ ਦੇਖ ਲੋ ਵੀ ਕੀ ਆਪਾਂ ਕਰਨਾ। ਤੇ ਜੇ ਆਖੋ ਨਾਮ ਜਪ ਲੋ, ਇਹ ਤਾਂ ਨਹੀਂ ਜਪਿਆ ਜਾਂਦਾ, ਮੁਸ਼ਕਲ ਹੈ। ਤੇ ਹੁਣ ਸੌਖਾ ਕਿਹੜਾ ਉਹ ਕਰ ਲੋ। ਸੋ ਇਹ ਆ ਵੀ ਸੌਖਾ ਤਾਂ ਇਹ ਹੈਗਾ ਵੀ ਰੋਟੀ ਖਾ ਲਈ ਤੇ ਉਹ ਵੀ ਛੇਤੀ ਨਹੀਂ ਪਾਈਦੀ ਜਿੰਨਾ ਕੰਮ ਨਾ ਕਰਗੇ, ਉਹ ਵੀ ਔਖਾ ਹੈ। ਤੇ ਸੋ ਇਸੇ ਕਰਕੇ ਮਨ ਦਾ ਜਿਹੜਾ ਹੈ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ। ਮਨ ਦਾ ਜਨਮ ਕਿੱਥੋਂ ਹੋਇਆ, ਮਨ ਨੂੰ ਕੀ ਕੋਈ ਸਮਝਾ ਕੇ ਭੇਜਿਆ, ਮਨ ਦੀ ਕੀ ਡਿਊਟੀ, ਬੜੀ ਸਖਤ ਡਿਊਟੀ ਮਨ ਦੀ। ਰਾਜਾ ਜਿਹੜਾ ਹੈ ਸਾਰੇ ਦੇਸ਼ ਦਾ ਮੁਖੀ, ਨਗਰ ਦਾ ਮੁਖੀ, ਉਹਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ। ਸੋ ਇਸ ਕਰਕੇ ਆਓ ਥੋੜਾ ਜਿਹਾ ਆਪਾਂ ਸਿਮਰਨ ਕਰ ਲਈਏ। ਵਿਚਾਰਾਂ ਤੋਂ ਕਿਸ ਤਰ੍ਹਾਂ ਅਸੀਂ ਮੁਕਤ ਹੋ ਸਕਦੇ ਹਾਂ, ਜਿਹੜਾ ਰਸਤਾ ਭੁੱਲਿਆ ਉਸ ਰਸਤੇ ਕਿਵੇਂ ਚੱਲ ਸਕਦੇ ਹਾਂ। ਇਹ ਜਿਹੜਾ ਰਸਤਾ ਹੈ ਧਾਤ ਦਾ ਰਸਤਾ ਪਾਉਣ ਦਾ, ਨਾਮ ਦਾ ਰਸਤਾ ਸਤਿਗੁਣੀ ਹੈ। ਜਿਹਨੂੰ ਸੰਤ ਮਾਰਗ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ। आओ आप हम सारे जने सिमरन करना है। सिमरन आपकी आवाज में ध्यान रख के करना है। महाराज ने तुम में ध्यान में जाने गुरु कथ कर मलाप का रस्ता दस रहे ने। जदों असीं सिमरन आपदे तुम में ध्यान रख के करांगे, आपकी आवाज रखांगे, पहलों बैखरी बने फिर मदद पसंद जाते साढ़े पौन साम हो जाएगी, दर खुल जाएगा। संत मार के आपके घर चले चलांगे।
आओ सारे जने हुण पहलों बैखरी बानवी सिमरन करिए, फिर हौली हौली अंतर्गत हो चलांगे। करो शुरू। वाहिगुरू वाहिगुरू जी का खालसा वाहिगुरू जी की फतेह। इस तरह अपना सिमरन लगातार चलेगा 6 घंटे रोज का। बाकी नितनेम सुबह शाम ਨੂੰ। बाकी ਤੁਸੀਂ ਜਦੋਂ ਵਿਹਲੇ ਟਾਈਮ ਤੇ ਤੁਰਨਾ ਫਿਰਨਾ ਨਾਲ ਸਿਮਰਨ ਜਾਰੀ ਰੱਖਣਾ ਤਾਂ ਕਿ ਕਰਮ ਦੇ ਨਾਲ ਸਿਮਰਨ ਵੀ ਜਾਰੀ ਰਹੇ। ਜੇ ਅਸੀਂ ਇਕੱਲਾ ਸਿਮਰਨ ਕਰਦੇ ਹਾਂ ਕੰਮ ਨਹੀਂ ਕਰਦੇ, ਜਦੋਂ ਕੰਮ ਕਰਨ ਲੱਗਾਂਗੇ ਸਿਮਰਨ ਰੁਕ ਜਾਏਗਾ। ਇਸ ਕਰਕੇ ਕਰਮ ਦੇ ਨਾਲ ਸਿਮਰਨ ਬਹੁਤ ਜ਼ਰੂਰੀ ਹੈ ਤੇ ਜੇ ਸਿਮਰਨ ਕਰਾਂਗੇ ਕਰਮ ਰੁਕ ਜਾਏਗਾ। ਦੋਵੇਂ ਕਰਨੇ ਜ਼ਰੂਰੀ ਨੇ, ਉਦੋਂ ਕੰਮ ਕਰਨਾ ਉਦੋਂ ਨਾਲ ਸਿਮਰਨ ਕਰਨਾ। ਸੰਸਾਰ ਦੇ ਨਹੀਂ ਕੋਈ ਗੱਲ ਕਰਨੀ। ਇੰਨੇ ਵਿਚਾਰ ਕਰਦੇ ਹਾਂ ਕੋਈ ਐਸਾ ਸ਼ਬਦ ਬੋਲਿਆ ਕੋਈ ਸੰਗਤ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।